ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁਣ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਣ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਦੋਹਰਾ। ਸਪਤ ਦਿਵਸ ਪਿਛੇ ਪ੍ਰਭੂ ਠਹਿਰਾਇਓ ਵਿਵਹਾਰ। ਚੱਲੇ ਨਿਤਾ ਪ੍ਰਤ ਤਿਸੇ ਬਿਦ ਸੁਣੋ ਸੋ ਕਰਵ ਉਚਾਰ। ਪਰਮ ਸਨਮਾਨਯੋਗ ਸਤਿਗੁਰੂ ਸ਼ਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ। ਸਪਤਵ ਦਿਵਸ ਪਿਛੇ ਪ੍ਰਭੂ ਠਹਿਰਾਇਓ ਵਿਵਹਾਰ। ਚਲੇ ਨਿਤਾ ਪ੍ਰਤ ਤਿਸੇ ਬਿਦ ਸੁਣੋ ਸੋ ਕਰਵ ਉਚਾਰ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 30 ਸ਼ੁਰੂ ਕਰਦਿਆਂ ਹੋਏ ਲਿਖਦੇ ਨੇ ਕਿ ਇਸੇ ਤਰ੍ਹਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ 7 ਦਿਨ ਤੋਂ ਬਾਅਦ ਬਾਹਰ ਆਏ ਨੇ, ਦੀਵਾਨ ਸਜਾਇਆ ਹੈ ਜਿੱਥੇ ਰਵਾਬੀਆਂ ਨੇ ਕੀਰਤਨ ਕੀਤਾ ਹੈ। ਤੇ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ, ਗੁਰੂ ਸਾਹਿਬ ਜੀ ਇਸੇ ਤਰ੍ਹਾਂ ਦਾ ਨਿੱਤ ਉਹਨਾਂ ਦਾ ਵਿਵਹਾਰ ਸੀ। ਇਹ ਹਰ ਰੋਜ਼ ਸਵੇਰੇ ਤੇ ਸ਼ਾਮੀ ਰਵਾਬੀ ਆਉਣੇ, ਕੀਰਤਨ ਹੋਣਾ। ਚਲੇ ਨਿਤਾ ਪ੍ਰਤ ਤਿਸੇ ਬਿਦ ਸੁਣੋ ਸੋ ਕਰਵ ਉਚਾਰ। ਗੁਰੂ ਸਾਹਿਬ ਜੀ ਨਿਤਾ ਪ੍ਰਤੀ ਇਸੇ ਤਰ੍ਹਾਂ ਹੀ ਕਰਦੇ ਸਨ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਉਹਨਾਂ ਦਾ ਜਿਵੇਂ ਦਾ ਵਿਵਹਾਰ ਸੀ, ਜੋ ਕੁਛ ਕਰਦੇ ਸਨ, ਉਹ ਕਥਾ ਹੁਣ ਮੈਂ ਕਹਿਣ ਲੱਗਿਆ। ਜਾਮ ਨਿਸ਼ਾ ਬਾਕੀ ਰਹਿ ਹੋਏ ਅੰਮ੍ਰਿਤ ਵੇਲਾ। ਇਹ ਨਿਤ ਦਾ ਵਿਵਹਾਰ ਸੀ ਕਿ ਹਰ ਰੋਜ਼ ਪਹਿਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਤਬ ਜਾਗੇ ਸ੍ਰੀ ਸਤਿਗੁਰੂ ਲੱਖ ਭਜਨ ਸੁਹੇਲਾ। ਧੰਨ ਗੁਰੂ ਅਮਰਦਾਸ ਜੀ ਉਸ ਵੇਲੇ ਰੋਜ਼ ਜਾਗਦੇ ਨੇ ਕਿ ਹੁਣ ਬੰਦਗੀ ਦਾ, ਭਜਨ ਦਾ, ਸਿਮਰਨ ਦਾ ਵੇਲਾ ਹੋ ਗਿਆ ਹੈ। ਬੱਲੋ ਆਗਿਆ ਲਹਿ ਤਬ ਜਲ ਕੋ ਉੱਠ ਜਾਵੇ। ਔਰ ਭਾਈ ਬੱਲੂ ਜੀ ਗੁਰੂ ਸਾਹਿਬ ਦੀ ਸੇਵਾ ਕਰਦਾ ਸੀ, ਉਹ ਆਗਿਆ ਲੈ ਕੇ ਉੱਠ ਕੇ ਫਿਰ ਜਿਹੜਾ ਜਲ ਹੈ ਉਹ ਭਰ ਕੇ ਲਿਆਉਂਦਾ ਹੈ। ਸੰਤਾ ਤੇ ਭਰ ਕਲਸ ਕੋ ਮੱਜਨ ਕਹਿਰਾ ਕਰਵਾਵੇ। ਭਾਈ ਬੱਲੂ ਜੀ ਦਰਿਆ ਤੋਂ ਜਿਹੜਾ ਪਾਣੀ ਭਰ ਕੇ ਗਾਗਰ ਲਿਆਉਂਦਾ ਹੈ ਔਰ ਬਿਆਸ ਦਰਿਆ ਦੇ ਉਸ ਜਲ ਦੇ ਨਾਲ ਗੁਰੂ ਸਾਹਿਬ ਦਾ ਇਸ਼ਨਾਨ ਕਰਾਉਂਦਾ ਹੈ। ਕੇਸਣ ਮਹਿ ਨਿਤ ਦਦੇ ਸੋ ਗੁਰ ਕਰੇ ਸਕਾਰੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹਰ ਰੋਜ਼ ਕੇਸੀ ਇਸ਼ਨਾਨ ਕਰਦੇ ਸਨ। ਔਰ ਇਸ਼ਨਾਨ ਉਸ ਵੇਲੇ ਸ਼ੈਂਪੂ ਵਗੈਰਾ ਤਾਂ ਨਹੀਂ ਸਨ, ਕਹਿੰਦੇ ਦਹੀਂ ਦੇ ਨਾਲ ਰੋਜ਼ ਦਹੀਂ ਕੇਸਾਂ ਦੇ ਵਿੱਚ ਪਾ ਕੇ ਫਿਰ ਇਸ਼ਨਾਨ ਕਰਦੇ ਸਨ। ਪਰਮ ਬ੍ਰਿਧ ਬਹੁ ਸੇਤ ਕੱਚ ਕਰਸਮਸ ਪਖਾਰੇ। ਕਿਉਂਕਿ ਸਤਿਗੁਰੂ ਜੀ ਦੀ ਉਮਰ ਉਦੋਂ ਵਡੇਰੀ ਸੀ, 74 ਸਾਲ ਦੇ ਕਰੀਬ
ਗੁਰਤਾ ਗੱਦੀ ਮਿਲੀ ਹੈ ਕਿ ਸਾਰੇ ਸਰੀਰ ਦੇ ਜਿੰਨੇ ਕੇਸ ਨੇ ਉਹ ਸਾਰੇ ਚਿੱਟੇ ਨੇ, ਦੁੱਧ ਵਰਗੇ। ਦਾੜਾ ਚਿੱਟਾ ਹੈ, ਮੁੱਛਾਂ ਨੇ, ਉਹਨਾਂ ਨੂੰ ਵੀ ਦੁੱਧ ਉਹ ਦਹੀਂ ਦੇ ਨਾਲ ਜਿਹੜਾ ਨੇ ਉਹਨਾਂ ਦਾ ਇਸ਼ਨਾਨ ਕਰਾਉਂਦੇ ਨੇ, ਧੁੰਦੇ ਨੇ। ਬੱਲੂ ਸਰਬ ਸਰੀਰ ਕੋ ਉਹ ਬਟਣ ਮਲ ਅੱਛੇ। ਔਰ ਫਿਰ ਭਾਈ ਬੱਲੂ ਜੀ ਗੁਰੂ ਸਾਹਿਬ ਦੇ ਸਰੀਰ ਦੇ ਉੱਤੇ ਵਟਣਾ ਲਾਉਂਦੇ ਸਨ, ਕਿਉਂਕਿ ਉਦੋਂ ਸਾਬਣ ਨਹੀਂ, ਇਹ ਵਟਣੇ ਹੀ ਵਗੈਰਾ ਲਾਇਆ ਜਾਂਦਾ ਸੀ, ਹਲਦੀ ਵਗੈਰਾ ਕੁਝ ਪਾ ਕੇ ਵਿੱਚ। ਸਾਰੇ ਸਰੀਰ ਦੇ ਪਿੱਛੇ ਅੱਗੇ ਵਟਣਾ ਜਿਹੜਾ ਮਲ ਮਲ ਕੇ ਭਾਈ ਬੱਲੂ ਜੀ ਆਪ ਲਾਉਂਦੇ ਨੇ। ਸੁਧ ਹੋਏ ਸਭ ਰੇਤ ਸੋਂ ਪਟ ਪਹਿਰੇ ਪਾਛੇ। ਐਨ ਚੰਗੀ ਤਰ੍ਹਾਂ ਬਣਾ ਸੁਆ ਕੇ ਇਸ਼ਨਾਨ ਕਰਨ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਿਰ ਕੱਪੜੇ ਪਾਉਂਦੇ ਸਨ। ਬਹੁਰ ਸਿੰਘਾਸਣ ਪਰਥ ਰਹੇ ਇੱਕ ਮਨ ਤਿਸ ਬੇਰਾ। ਉਸ ਤੋਂ ਅਗਲਾ ਕਰਮ ਗੁਰੂ ਸਾਹਿਬ ਜੀ ਦਾ ਰੋਜ਼ ਦਾ ਸੀ, ਨਿਤ ਪ੍ਰਤੀ। ਬਸਤਰ ਪਾਉਣ ਤੋਂ ਬਾਅਦ ਚੁਬਾਰੇ ਦੇ ਵਿੱਚ ਜਾਣਾ, ਸਿੰਘਾਸਣ 'ਤੇ ਜਾਣਾ, ਔਰ ਇੱਕ ਮਨ ਹੋ ਕੇ ਐਨ ਤਨ ਮਨ ਸਾਰਾ ਕੁਛ ਰੋਕ ਕੇ ਆਪਣੇ ਨਿੱਜ ਸਰੂਪ ਦੇ ਵਿੱਚ ਲੀਨ ਹੋ ਜਾਣਾ। ਨਿਜ ਆਨੰਦ ਮਹਿ ਲੀਨ ਹੋਏ ਲਗ ਸਹਿਜ ਸਮਾਧਾ। ਕਹਿੰਦੇ ਆਪਣੇ ਨਿੱਜ ਸਰੂਪ ਦੇ ਵਿੱਚ ਐਨ ਆਨੰਦ ਲੈਂਦੇ ਨੇ, ਪੂਰੇ ਸੁਨ ਸਮਾਧ ਜਿਹਨੂੰ ਕਹਿੰਦੇ ਨੇ, ਉਸ ਸਮਾਧ ਦੇ ਵਿੱਚ ਗੁਰੂ ਸਾਹਿਬ ਜੀ ਜੁੜਦੇ ਨੇ। ਪ੍ਰਾਤ ਹੋਤ ਲਗ ਇਸੇ ਬਿਦ ਇਸ ਸਥਿਰਤਾ ਪਾਵੈ। ਅੰਮ੍ਰਿਤ ਵੇਲੇ ਤੋਂ ਲੈ ਕੇ ਫਿਰ ਦਿਨ ਚੜ੍ਹੇ ਤੱਕ 2-2.5 ਘੰਟੇ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਬਿਲਕੁਲ ਇਕਾਂਤ ਵਿੱਚ ਸਮਾਧ ਵਿੱਚ ਜੁੜ ਕੇ ਰਹਿੰਦੇ ਨੇ। ਜਦੋਂ ਦਿਨ ਦਾ ਚੜ੍ਹਾ ਚੜ੍ਹਦਾ ਹੈ, ਸੂਰਜ ਨਿਕਲਦਾ ਹੈ, ਬਹੁਰ ਰਵਾਬੇ ਆਏ ਕਰ ਗੁਰ ਸ਼ਬਦ ਸੋ ਗਾਵੈ। ਸੂਰਜ ਨਿਕਲਣ ਤੋਂ ਪਹਿਲੋਂ ਰਵਾਬੀ ਸਿੱਖ ਜਿਹੜੇ ਨੇ ਉਹ ਆ ਜਾਂਦੇ ਨੇ, ਔਰ ਕਈ ਤਰ੍ਹਾਂ ਦੇ ਰਾਗਾਂ ਦੇ ਵਿੱਚ ਸ਼ਬਦ ਦਾ ਗਾਇਨ ਕਰਦੇ ਨੇ। ਆਸਾ ਕੀ ਵਾਰ ਦਾ ਕੀਰਤਨ ਹੁੰਦਾ ਹੈ। ਆਸਾ ਕੀ ਵਾਰ ਦੇ ਨਾਲ ਨਾਲ ਹੋਰ ਕਈ ਰਾਗਾਂ ਦੇ ਵਿੱਚ ਸ਼ਬਦ ਜਿਹੜੇ ਨੇ ਉਹਨਾਂ ਦਾ ਗਾਇਨ ਕਰਦੇ ਨੇ। ਅਣਕ ਰੇਤ ਕੇ ਰਾਗ ਕੋ ਸੁਣ ਆਨੰਦ ਬਿਲੰਦੇ। ਅਨੇਕਾਂ ਹੀ ਰੀਤਾਂ, ਅਨੇਕਾਂ ਹੀ ਤਰ੍ਹਾਂ ਦੇ ਰਾਗ ਸੁਣ ਕੇ ਜਿਹੜੇ ਵੀ ਸੁਣਦੇ ਨੇ ਉਹਨਾਂ ਦੇ ਅੰਦਰ ਬੜਾ ਹੀ ਆਨੰਦ ਪੈਦਾ ਹੁੰਦਾ ਹੈ, ਬੜੇ ਪ੍ਰਸੰਨ ਹੁੰਦੇ ਨੇ। ਮਨੋ ਮਧੁਰ ਘਣ ਗਰਜ ਤੇ ਜੋ ਮੋਰ ਸੁਹੰਦੇ। ਰਵਾਬੇ ਸਿੰਘਾਂ ਤੋਂ, ਸਿੱਖਾਂ ਤੋਂ ਕੀਰਤਨ ਸੁਣ ਕੇ ਗੁਰੂ ਕੇ ਸਿੱਖ ਪਿਆਰ ਵਾਲੇ ਇੰਨੇ ਪ੍ਰਸੰਨ ਹੁੰਦੇ ਸਨ ਕਿ ਜਿਵੇਂ ਬੱਦਲ ਮਿੱਠੀ ਆਵਾਜ਼ ਦੇ ਵਿੱਚ ਗਰਜਦੇ ਹੋਣ, ਅਤੇ ਉਹਨਾਂ ਬੱਦਲਾਂ ਨੂੰ ਗਰਜਦਿਆਂ ਹੋਇਆਂ ਨੂੰ ਸੁਣ ਕੇ ਮੋਰ ਖੁਸ਼ ਹੁੰਦੇ ਨੇ। ਸ੍ਰੀ ਨਾਨਕ ਅੰਗਦ ਗੁਰੂ ਇਨਕੀ ਵਡਿਆਈ। ਔਰ ਸਿੱਖ ਇੱਕ ਗੱਲ ਜਾਣਦੇ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਹੀ ਗੁਰੂ ਅੰਗਦ ਦੇਵ ਜੀ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਇੱਕੋ ਜੀ ਹੈ, ਇੱਕੋ ਹੀ ਜੋਤ ਹੈ। ਬਖਸ਼ਿਸ਼ ਦੇ ਨਿਹਾਲ ਕਾਰ ਨਰ ਸੁਖ ਸਮੁਦਾਈ। ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਧੰਨ ਗੁਰੂ ਅੰਗਦ ਦੇਵ ਜੀ ਨੇ ਇੱਕ ਧੰਨ ਗੁਰੂ ਨਾਨਕ ਸਾਹਿਬ ਜੀ ਜੋਤ ਬਖਸ਼ੀ ਹੈ। ਉਹਨਾਂ ਨੂੰ ਗੁਰਤਾ ਗੱਦੀ ਬਖਸ਼ੇ, ਸਭ ਨੂੰ ਨਿਹਾਲ ਕੀਤਾ ਹੈ। ਪ੍ਰੇਮ ਸੰਗ ਸਿਮਰਨ ਕਰੇ ਮੁਖ ਧੰਨ ਉਚਾਰੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪ ਪ੍ਰੇਮ ਦੇ ਨਾਲ ਸਿਮਰਨ ਕਰਦੇ ਨੇ। ਮੁਖ ਤੋਂ ਧੰਨ ਵਾਹਿਗੁਰੂ, ਧੰਨ ਵਾਹਿਗੁਰੂ ਇਹ ਹਰ ਵੇਲੇ ਸਿਮਰਨ ਹੁੰਦਾ ਹੈ। ਪੁਲ ਕਾਵਲ ਗਦ ਗਦ ਗਿਰਾ ਉਪਕਾਰ ਵਿਚਾਰੇ। ਅਤੇ ਜਦੋਂ ਗੁਰੂ ਕੇ ਸਿੱਖ ਗੁਰੂ ਕੀ ਸਿਫਤਾਂ ਕਰਦੇ ਨੇ, ਵਡਿਆਈਆਂ ਕਰਦੇ ਨੇ, ਪਿਆਰ ਵਿੱਚ ਆ ਕੇ ਕਈ ਵਾਰੀ ਸਿੱਖਾਂ ਦੇ ਜਿਹੜਾ ਨੇ ਰੋਮ ਰੋਮ ਖੜੇ ਹੋ ਜਾਂਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਜਦੋਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗੁਣਾਂ ਨੂੰ ਗਾਉਂਦੇ ਨੇ, ਉਹਨਾਂ ਦੇ ਪ੍ਰੇਮ ਵਿੱਚ ਜੁੜਦੇ ਨੇ, ਅਤੇ ਇਸ ਤਰ੍ਹਾਂ ਲੱਗਦਾ ਕਿ ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ ਦੀ ਆਵਾਜ਼ ਆਉਂਦੀ ਹੋਵੇ। ਲੀਨ ਹੋਏ ਮਨ ਗੁਰ ਚਰਨ ਅਸ ਅੰਮ੍ਰਿਤ ਵੇਲਾ। ਕਹਿੰਦੇ ਹਰ ਰੋਜ਼ ਧੰਨ ਗੁਰੂ ਅਮਰਦਾਸ ਜੀ ਅੰਮ੍ਰਿਤ ਵੇਲੇ ਇਸੇ ਤਰ੍ਹਾਂ ਮਨ ਦੇ ਵਿੱਚ ਲੀਨ ਹੁੰਦੇ ਨੇ।
ਅੰਮ੍ਰਿਤ ਬਰਕਤ ਗੁਰ ਨਿਕਟ ਸੁਣੋ ਹੋਤ ਸੁਹੇਲਾ। ਕਹਿੰਦੇ ਗੁਰੂ ਜੀ ਦੇ ਪਾਸ ਅੰਮ੍ਰਿਤ ਦੀ ਵਰਖਾ ਹੈ ਅਤੇ ਉਹਨਾਂ ਦੇ ਬਚਨ ਸੁਣ ਸੁਣ ਕੇ ਉਹ ਵਰਖਾ ਜਿਹੜੇ ਸੁਣਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜਿਨ ਕੇ ਸ਼ੁਭ ਬੜ ਭਾਗ ਹੈ ਪਹੁੰਚੇ ਤਿਸ ਕਾਲਾ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਉਸ ਵੇਲੇ ਗੁਰੂ ਘਰ ਦੇ ਵਿੱਚ ਪਹੁੰਚਦੇ ਨੇ। ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਜਦੋਂ ਬਾਹਰ ਆਉਣਾ ਹੈ ਸਭ ਤੋਂ ਪਹਿਲਾਂ ਆ ਕੇ ਦਰਸ਼ਨ ਕਰਦੇ ਨੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਨੇ। ਜਿਮ ਸਮੁੰਦ ਕੇ ਝਾਲ ਤੇ ਲਹਿ ਰਤਨ ਸੁਖਾਲਾ। ਕਹਿੰਦੇ ਜਿਵੇਂ ਸਮੁੰਦਰ ਦੇ ਛਲ ਤੋਂ ਉੱਭਰ ਕੇ ਰਤਨ ਬੜੇ ਸੌਖੇ ਪ੍ਰਾਪਤ ਹੋ ਜਾਂਦੇ ਨੇ ਜੇ ਕਿਤੇ ਬਾਹਰ ਆ ਜਾਣ। ਬਸ ਗੁਰੂ ਕੇ ਸਿੱਖਾਂ ਨੂੰ ਉਸੇ ਤਰ੍ਹਾਂ ਨਾਮ ਰੂਪੀ ਰਤਨ ਪ੍ਰਾਪਤ ਹੁੰਦਾ ਹੈ ਜਿਹੜੇ ਅੰਮ੍ਰਿਤ ਵੇਲੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ, ਸੰਗਤ ਵਿੱਚ ਜੁੜਦੇ ਨੇ। ਇਸ ਪ੍ਰਕਾਰ ਗੁਰ ਨਿਕਟ ਤੇ ਸਤਿਗੁਣ ਕੋ ਪਾਵੈ। ਕਹਿੰਦੇ ਇਸ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਗੁਰੂ ਸਾਹਿਬ ਜੀ ਤੋਂ ਸਤਿਗੁਣ ਪ੍ਰਾਪਤ ਕਰਦੇ ਨੇ, ਚੰਗੇ ਗੁਣਾਂ ਦੀ ਪ੍ਰਾਪਤੀ ਕਰਦੇ ਨੇ। ਜਨਮ ਮਰਨ ਚਿਰਕਾਲ ਕੇ ਇਨ ਮੂਲ ਮਿਟਾਵੈ। ਇਹ ਜਿਹੜਾ ਜਨਮ ਮਰਨ ਦਾ ਚੱਕਰ ਚਿਰਕਾਲ ਤੋਂ ਬੜੇ ਲੰਬੇ ਸਮੇਂ ਤੋਂ ਪਿਆ ਸੀ। ਇਨ ਮੂਲ ਮਿਟਾਵੇ, ਇਹ ਜਨਮ ਮਰਨ ਦਾ ਚੱਕਰ ਬਿਲਕੁਲ ਮੂਲ ਤੋਂ ਮੁੱਢ ਤੋਂ ਗੁਰੂ ਕੇ ਸਿੱਖ ਮਿਟਾ ਹੀ ਲੈਂਦੇ ਨੇ। ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਜਨਮ ਮਰਨ ਕਟਾ ਲੈਂਦੇ ਨੇ। ਪਰਮ ਪ੍ਰੇਮ ਉਮਗੈ ਹਿਰਦੈ ਸਿਮਰੇ ਸਤਨਾਮੁ। ਤੇ ਜਦੋਂ ਸਿੱਖ ਆ ਕੇ ਸੰਗਤ ਵਿੱਚ ਬੈਠ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਅੰਦਰ ਪ੍ਰੇਮ ਭਾਵਨਾ ਪੈਦਾ ਹੁੰਦੀ ਹੈ, ਅੰਦਰ ਦਾ ਪ੍ਰੇਮ ਵੱਧਦਾ ਹੈ। ਮਿਥਿਆ ਲਖ ਪਰਪੰਚ ਕੋ ਇੱਕ ਥਲ ਬਿਸਰਾਮੂ। ਔਰ ਗੁਰੂ ਸਾਹਿਬ ਜੀ ਆਪ ਤੇ ਹਰ ਵੇਲੇ ਆਨੰਦ ਬਿਰਤੀ ਦੇ ਵਿੱਚ ਰਹਿੰਦੇ ਹੀ ਨੇ, ਪਰ ਗੁਰੂ ਕੇ ਸਿੱਖ ਵੀ ਜਦੋਂ ਸੰਗਤ ਵਿੱਚ ਆਉਂਦੇ ਨੇ ਤੇ ਸੰਸਾਰ ਦੇ ਇਸ ਪਰਪੰਚ ਨੂੰ ਮਿਥਿਆ ਸਮਝ ਲੈਂਦੇ ਨੇ। ਗੁਰੂ ਕੇ ਸਿੱਖ ਵੀ ਨਿਜ ਸਰੂਪ ਦੇ ਵਿੱਚ ਟਿਕਣਾ ਸ਼ੁਰੂ ਹੋ ਜਾਂਦੇ ਨੇ। ਦਿਵਸ ਚੜ੍ਹੇ ਇਸ ਰੇਤ ਸੋ ਹੋਏ ਆਨੰਦ ਬਿਲਾਸਾ। ਹੁਣ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਨਿਜ ਸਰੂਪ 'ਚ ਜੁੜਦੇ ਨੇ, ਫਿਰ ਕੀਰਤਨ ਹੁੰਦਾ ਹੈ। ਉਸ ਤੋਂ ਬਾਅਦ ਫਿਰ ਦਿਨ ਚੜ੍ਹੇ ਜਿਹੜੀ ਗੁਰੂ ਸਾਹਿਬ ਜੀ ਦਾ ਰੋਜ਼ ਦਾ ਵਿਹਾਰ ਹੈ, ਆਨੰਦ ਬਿਲਾਸ ਜਿਸ ਤਰ੍ਹਾਂ ਕਰਦੇ ਨੇ। ਤਬ ਸੰਗਤ ਸਗਰੇ ਮਿਲਾਏ ਹੋਏ ਪਰਮ ਪ੍ਰਕਾਸ਼ਾ। ਜਿਵੇਂ ਜਿਵੇਂ ਦਿਨ ਚੜ੍ਹਦਾ ਜਾਂਦਾ ਹੈ ਉਵੇਂ ਉਵੇਂ ਸੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ। ਸੰਗਤ ਦਾ ਵੱਡਾ ਇਕੱਠ ਹੁੰਦਾ ਹੈ। ਦਰਸ਼ਨ ਲਹਿ ਪੁਨੀਤ ਬਹੁ ਜਨ ਸੰਤ ਸਰੂਪਾ। ਆ ਕੇ ਜਿਹੜੇ ਜਿਹੜੇ ਗੁਰੂ ਕੇ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਅੰਦਰ ਸ਼ਾਂਤ ਹੁੰਦਾ ਹੈ, ਅੰਦਰ ਦੀ ਤਪਸ਼ ਬੁਝਦੀ ਹੈ। ਪਰਮ ਬ੍ਰਿਤ ਕਦ ਲਗ ਜਿਨਹੁ ਗੁਰ ਤ੍ਰਿਤੀ ਅਨੁਭਾਵ। ਤੀਜੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਜਿਹੜੇ ਉਪਮਾ ਤੋਂ ਰਹਿਤ ਨੇ, ਅਨੂਪ ਨੇ। ਉਹਨਾਂ ਦਾ ਸਰੀਰ ਬਿਰਧ ਹੈ, ਉਹਨਾਂ ਦੇ ਕੇਸ ਦੁੱਧ ਵਰਗੇ ਚਿੱਟੇ ਨੇ। ਤਨ ਜਿਹੜਾ ਉਹਨਾਂ ਦਾ ਮੱਧਰੇ ਕੱਦ ਦਾ ਹੈ, ਛੋਟਾ ਹੈ। ਉਹ ਤਕਰੀਬਨ 5 ਫੁੱਟ ਦਾ ਦੱਸਿਆ ਜਾਂਦਾ ਹੈ। ਸਰੀਰ ਜਿਹੜਾ ਬਹੁਤਾ ਲੰਬਾ ਨਹੀਂ ਸੀ, ਪਤਲਾ ਵੀ ਸੀ, ਮੱਧਰਾ ਵੀ ਸੀ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਮਰ ਜਿਹੜੀ ਹੈ ਉਹ ਵੀ ਬਿਰਧ ਅਵਸਥਾ ਦੇ ਵਿੱਚ ਸੀ। ਹਲਤ ਪਲਤ ਕਰਤੇ ਸਫਲ ਦਰਸ਼ਨ ਕੋ ਪਾਏ। ਔਰ ਐਸੇ ਦੀਨ ਦਿਆਲ ਦੇ ਸਤਿਗੁਰੂ ਧੰਨ ਗੁਰੂ ਅਮਰਦਾਸ ਦੇ ਦਰਸ਼ਨ ਕਰਕੇ, ਤਨ ਦੇ ਦਰਸ਼ਨ ਕਰਕੇ ਜਿਹੜੇ ਸਿੱਖ ਨੇ ਆਪਣਾ ਹਲਤ ਪਲਤ ਸਵਾਰ ਲੈਂਦੇ ਨੇ, ਸਫਲ ਕਰ ਲੈਂਦੇ ਸਨ। ਬੰਧਨ ਕਰ ਬੈਠੇ ਨਿਕਟ ਮਨ ਮੋਹ ਪਾਏ। ਸਿੱਖ ਨਮਸਕਾਰਾਂ ਕਰਕੇ, ਬੰਧਨ ਕਰਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਦੇ ਨੇ ਔਰ ਬੜੇ ਅੰਦਰ ਆਨੰਦ ਪ੍ਰਸੰਨ ਹੋ ਕੇ ਬੈਠਦੇ ਨੇ। ਕਈ ਤਰ੍ਹਾਂ ਦੀਆਂ ਮਨੋਕਾਮਨਾ ਲੈ ਕੇ ਵੀ ਆਉਂਦੇ ਨੇ। ਪਰਮੋਸ਼ਰ ਕੇ ਦਿਸ ਰਿਦਾ ਅਬਿਲਾਖਤ ਜੋਈ। ਹੁਣ ਕਈ ਤਰ੍ਹਾਂ ਦੀਆਂ ਕਾਮਨਾ ਦੇ ਵਿੱਚ ਕਈ ਸਿੱਖ ਐਸੇ ਵੀ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਜਿਨ੍ਹਾਂ ਦੇ ਹਿਰਦੇ ਵਿੱਚ ਕੇਵਲ ਤੇ ਕੇਵਲ ਪਰਮੇਸ਼ਰ ਦੇ ਦਰਸ਼ਨਾਂ ਦੀ ਆਸ ਹੈ, ਅਭਿਲਾਸ਼ਾ ਹੈ। ਜਿਨ੍ਹਾਂ ਦਾ ਅੰਦਰ, ਜਿਨ੍ਹਾਂ ਦਾ ਹਰ ਵੇਲੇ ਖਿਆਲ ਕੇਵਲ ਤੇ ਕੇਵਲ ਪਰਮੇਸ਼ਰ ਵੱਲੇ ਹੈ। ਸੋ ਪ੍ਰਸੰਨ ਤਸ ਪਰ ਅਧਿਕ ਪ੍ਰਭ ਪ੍ਰਾਪਤ ਹੋਈ। ਤੇ ਜਿਨ੍ਹਾਂ ਦੇ ਅੰਦਰ ਕੇਵਲ ਤੇ ਕੇਵਲ ਕਾਮਨਾ ਤੇ ਭਾਵਨਾ ਇੱਕੋ ਹੀ ਹੈ ਕਿ ਪਰਮੇਸ਼ਰ ਦੇ ਦਰਸ਼ਨ ਕਿਵੇਂ ਹੋਣ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ 'ਤੇ ਪ੍ਰਸੰਨ ਵੀ ਬਹੁਤ ਹੀ ਹੁੰਦੇ ਨੇ, ਔਰ ਜਿਨ੍ਹਾਂ 'ਤੇ ਗੁਰੂ ਪ੍ਰਸੰਨ ਹੋ ਜਾਏ ਫਿਰ ਉਹਨਾਂ ਨੂੰ ਰੱਬ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਵੀ ਹੈ। ਔਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਇੱਥੋਂ ਤੱਕ ਬਚਨ ਕਰਦੇ ਨੇ, ਕੇਵਲ ਪ੍ਰਸੰਨ ਨਹੀਂ, ਜਿਨ੍ਹਾਂ ਦੇ ਅੰਦਰ ਕੇਵਲ ਇੱਕੋ ਹੀ ਅਭਿਲਾਸ਼ਾ ਹੋਵੇ ਨਾ ਕਿ ਕੇਵਲ ਰੱਬ ਜੀ ਪਰਮੇਸ਼ਰ ਜੀ ਤੁਸੀਂ ਹੈ ਤੇ ਸਾਡੇ ਅੰਦਰ, ਪਰ ਸਾਨੂੰ ਅੰਦਰ ਬੈਠਿਆਂ ਦੇ ਦਰਸ਼ਨ ਵੀ ਤੇ ਹੋਣ, ਦਰਸ਼ਨਾਂ ਦੀ ਚਾਹਤ ਹੀ ਪੈਦਾ ਹੋ ਜਾਏ ਨਾ, ਉਹਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਨੇ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਮੈਂ ਤਾਂ ਉਹਨਾਂ ਤੋਂ ਬਲਹਾਰ ਜਾਵਾਂ, ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ ਕਿ ਜਿਨ੍ਹਾਂ ਦੇ ਅੰਦਰ ਇਵੇਂ ਦੇ ਦਰਸ਼ਨਾਂ ਦੀ ਪਿਆਸ ਪੈਦਾ ਹੋ ਜਾਏ, ਔਰ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਉਹਨਾਂ ਦੇ ਬੜੇ ਪ੍ਰਸੰਨ ਹੁੰਦੇ ਨੇ। ਸੁਮਗ ਬਤਾਏ ਨਿਹਾਲ ਕਰ ਤਤਕਾਲ ਆਨੰਦੇ। ਫਿਰ ਸਤਿਗੁਰੂ ਜੀ ਉਹਨਾਂ ਨੂੰ ਉੱਤਮ ਰਾਹ ਦੱਸਦੇ ਨੇ। ਹੁਣ ਰਾਹ ਤਾਂ ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਦੱਸ ਰਹੇ ਨੇ, ਪਰ ਇਸ ਰਾਹ ਦੀ ਸਮਝ ਉਹਨੂੰ ਲੱਗੇਗੀ, ਚੱਲੇਗਾ ਉਹ ਜਿਹਦੇ ਅੰਦਰ ਸੱਚਮੁੱਚ ਦਰਸ਼ਨਾਂ ਦੀ ਅਭਿਲਾਸ਼ਾ ਹੈ, ਜਿਹੜਾ ਸੱਚਮੁੱਚ ਚੱਲਣਾ ਚਾਹੁੰਦਾ ਹੈ। ਔਰ ਗੁਰੂ ਸਾਹਿਬ ਜੀ ਜਦੋਂ ਰਾਹ ਦੱਸਦੇ ਨੇ ਫਿਰ ਜਿਨ੍ਹਾਂ ਦੇ ਅੰਦਰ ਪਿਆਸ ਹੈ ਕਹਿੰਦੇ ਤਤਕਾਲ, ਉਸੇ ਵੇਲੇ ਇਸ ਸਿੱਧੇ ਤੇ ਨਿਰਮਲ ਮਾਰਗ ਜਿਹਨੂੰ ਸਮਝ ਆਉਂਦੀ ਹੈ ਤਤਕਾਲ ਆਨੰਦ ਵਿੱਚ ਆ ਜਾਂਦੇ ਨੇ। ਸਿਮਰਨ ਕੇ ਲੇਵ ਉਰ ਲੱਗੈ ਤਨ ਅਹੰਗ ਨਿਕੰਦੇ, ਤੇ ਉਹਨਾਂ ਦੇ ਅੰਦਰ ਫਿਰ ਸਿਮਰਨ ਦੀ ਲਿਵ ਲੱਗਦੀ ਹੈ, ਅੰਦਰ ਦਾ ਹੰਕਾਰ ਨਾਸ ਹੁੰਦਾ ਹੈ। ਜੋ ਅਰਥੀਐ ਪਦਾਰਥਨ ਦਰਸ਼ਨ ਕੋ ਆਵੈ। ਹੁਣ ਗੁਰੂ ਦੇ ਦਰਸ਼ਨਾਂ ਲਈ ਉਦੋਂ ਵੀ ਸਿੱਖ ਹੁੰਦੇ ਸਨ, ਅੱਜ ਵੀ ਹੁੰਦੇ ਨੇ। ਸਾਰੇ ਦੇ ਸਾਰੇ ਕੇਵਲ ਤੇ ਕੇਵਲ ਦਰਸ਼ਨਾਂ ਲਈ ਨਹੀਂ ਸਨ ਹੁੰਦੇ, ਉਦੋਂ ਵੀ ਕੋਈ ਨਾ ਕੋਈ ਸੰਸਾਰਿਕ ਕਾਮਨਾ ਲੈ ਕੇ ਹੁੰਦੇ ਸਨ, ਅੱਜ ਵੀ ਹੁੰਦੇ ਨੇ। ਔਰ ਅੱਜ ਦੇ ਖਿਮਾ ਕਰਨਾ ਜੇ ਇਹ ਕਹਿ ਲਈਏ ਕਿ ਤਕਰੀਬਨ ਕੋਈ ਵਿਰਲਾ ਟਾਵਾਂ ਛੱਡ ਕੇ ਸਾਰੇ ਸੰਸਾਰਿਕ ਕਾਮਨਾ ਵੀ ਲੈ ਕੇ ਆਉਂਦੇ ਨੇ, ਔਰ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਉਹ ਵੀ ਪੂਰੀਆਂ ਕਰਦੇ ਨੇ। ਜੋ ਅਰਥੀ ਹੈ ਪਦਾਰਥਨ ਦਰਸ਼ਨ ਕੋ ਆਵੇਂ, ਦਰਸ਼ਨ ਵਾਸਤੇ ਤੇ ਹੁੰਦੇ ਨੇ, ਪਰ ਅੰਦਰ ਚਾਹਤ ਹੁੰਦੀ ਕਿਸੇ ਨਾ ਕਿਸੇ ਪਦਾਰਥ ਦੀ, ਕਿਸੇ ਦੀ ਚਾਹਤ ਹੁੰਦੀ ਕੋਈ ਧਨ ਮਿਲ ਜੇ, ਧੀ ਮਿਲ ਜੇ, ਪੁੱਤਰ ਮਿਲ ਜੇ, ਜਾਇਦਾਦ ਮਿਲ ਜੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਇਵੇਂ ਦੇ ਕਾਮਨਾ ਵੀ ਜੇ ਕੋਈ ਭਾਵਨਾ ਦੇ ਨਾਲ ਲੈ ਕੇ ਆਵੇ ਨਾ, ਉਹ ਗੁਰੂ ਸਾਹਿਬ ਜੀ ਉਦੋਂ ਵੀ ਪੂਰੀਆਂ ਕਰਦੇ ਸਨ, ਅੱਜ ਵੀ ਕਰਦੇ ਨੇ। ਔਰ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਸੁਖਮਨੀ ਸਾਹਿਬ ਦੇ ਵਿੱਚ ਆਪਾਂ ਰੋਜ਼ ਹੀ ਪੜ੍ਹਦੇ ਹਾਂ। ਕਿਸ ਘਰ ਦੇ ਵਿੱਚੋਂ ਸਭ ਕੁਝ ਮਿਲਦਾ, ਪਦਾਰਥ ਵੀ ਮਿਲਦੇ ਨੇ, ਨਾਮ ਵੀ ਮਿਲਦਾ ਹੈ। ਚਾਰ ਪਦਾਰਥ ਜੇ ਕੋ ਮੰਗੈ ਸਾਜਣਾ ਕੀ ਸੇਵਾ ਲਾਗੈ। ਉੱਥੇ ਸਤਿਗੁਰੂ ਜੀ ਨੇ ਉਹ ਪਾਵਨ ਬਚਨ ਕਹਿ ਕੇ ਉਹ ਜੋ ਵੀ ਕੁਛ ਇੱਥੋਂ ਆ ਕੇ ਮੰਗਦਾ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਦੇ ਸਤ ਗਾਵੇ, ਜੇ ਕੋ ਆਪਣੀ ਸ਼ੋਭਾ ਲੋਰੈ, ਸ਼ੋਭਾ ਵਡਿਆਈ ਵੀ ਮਿਲਦੀ ਹੈ, ਪਰ ਉਹਦੇ ਵਾਸਤੇ ਗੁਰੂ ਸਾਹਿਬ ਜੀ ਰਾਹ ਦੱਸਦੇ ਨੇ ਕਿਵੇਂ ਮਿਲੇਗੀ। ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗੇ ਹੁਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਉਹਦੇ ਵਾਸਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਾਧ ਜਨਾਂ ਕੀ ਸ਼ਰਣੀ ਪਰੈ। ਤੇ ਅਖੀਰ ਤੇ ਬੜੀ ਵੱਡੀ ਕਿਰਪਾ ਕਰਦੇ ਨੇ, ਭਾਈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਣ ਜਾਸਾ। ਉਹਨਾਂ ਤੋਂ ਤੇ ਮੈਂ ਵੀ ਬਲਿਹਾਰ ਜਾਨਾ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ, ਪਰ ਬਹੁਤ ਸਾਰੇ ਐਸੇ ਵੀ ਸਨ ਜਿਹੜੇ ਪਦਾਰਥਾਂ ਦੀ ਚਾਹ ਲੈ ਕੇ ਦਰਸ਼ਨ ਕਰਨ ਵਾਸਤੇ ਹੁੰਦੇ ਨੇ। ਜਾਣ ਬਿਰਦ ਨਿਜ ਦੇਤ ਹੈ ਖਰਚਤ ਹੀ ਭਾਵੈ। ਔਰ ਗੁਰੂ ਸਾਹਿਬ ਜੀ ਆਪਣੇ ਬਿਰਦ ਦੀ ਸੰਭਾਲ ਕਰਦੇ ਹੋਏ ਫਿਰ ਉਹ ਸੰਸਾਰਿਕ ਪਦਾਰਥਾਂ ਦੀ ਵੀ ਬਖਸ਼ਿਸ਼ ਕਰਦੇ ਨੇ, ਧਨ ਵੀ ਦਿੰਦੇ ਨੇ। ਭਾਈ ਹਾਂ ਧਨ ਹੈ, ਪਰ ਇਹ ਖਰਚਣਾ ਹੈ। ਖਰਚਣਾ ਇਹਨੂੰ ਕੇਵਲ ਸਾਂਭ ਕੇ ਨਹੀਂ ਰੱਖਣਾ, ਵਰਤਣਾ ਹੈ। ਪਰਮੇਸ਼ਰ ਕੇ ਪ੍ਰੇਤ ਜੁਤ ਅਤ ਲਾਗੇ ਪਿਆਰੂ। ਪਰ ਜਿਹੜੇ ਕੇਵਲ ਦਰਸ਼ਨਾਂ ਲਈ ਇਸ ਕਰਕੇ ਆਉਂਦੇ ਨੇ ਕਿ ਪਰਮੇਸ਼ਰ ਦੀ ਪ੍ਰੀਤ ਹੈ ਜਿਹੜੀ ਉਹ ਅਤ ਦੀ ਪਿਆਰੀ ਲੱਗੇ, ਨਾਮ ਅਤ ਦਾ ਪਿਆਰਾ ਲੱਗੇ, ਅੰਦਰ ਪਿਆਰ ਆਵੇ।
बोलें करें स्नेह ते पायस हर द्वारो। सतगुरु धन गुरु अमरदास जी उन्होंने बहुत ही स्नेह करते हैं और बड़े मिठे बचन बोलते हैं। भाई आओ तुहानू हरि का द्वार मिले। सतगुरु जी कहते हैं ते पायस हर द्वार। भाई आओ तुहानू उस रब का परमेश्वर का हरि का द्वार मिले। सुत बित के चित कामना कर दर्शन पावै। जे कोई सुत की पुत्र की आस लैके आउंदा है, पुत्र गुरु साहब जी कृपा करते हैं, पुत्र की दात बख्शते हैं। जे कोई बित की चाहना लैके आउंदा, बित धन पदार्थों की, गुरु साहब जी वो भी बख्शिश करते हैं। पूर्ण होए सो तिन्हू के न प्रेम बढ़ावैं। सतगुरु जी तो कृपा करते हैं, उन्होंने वो कामनावां पूरी होंदियां ने। पर गुरु जी उन्होंने नाल जे उन्होंने अंदर चाहत ही नहीं कि गुरु के दर्शन हो, रब के दर्शन हो, ये पदार्थ से मिल जाएंगे। देखो सवाल साडा अज भी कई बार होंदा है कि इन्ने साल हो गए, गुरु साहब जी कहते रब अंदर ही है, सानू मिलिया क्यों, मिलता क्यों। और एक बार सवाल किसी महापुरुष ने किया सी किसी ने कि तुहाडी संगत करदे मैनूं 25 साल तो हो गए, तुसीं कहंदे हो रब मिलता है पर मिलिया क्यों नहीं, मिलता क्यों नहीं। हुण महापुरुष से कि जिन्हों 25 साल कथा सुनदे होगे, जिन्हों ये समझ नहीं लगे, जे अज समझावांगे तो समझ रहे ने फिर भी नहीं। कहंदे भी तू एक काम करी, कला तू नहीं, पिंड के जिन्ने लोग ने उन्होंने सारिਆਂ जाके एक गल कह दी, नाले कागज़ दिता, दवात कलम दी कि जो जो तुहाडी कामना है ना वो 10 दो लिखा दिओ। तो नाले उन्होंने कह दे कि वो बाबा जी जेडे ब्रह्म ज्ञानी ने उन्होंने शिव जी मिलिया है, उनके बंदगे च बैठे ने, परसों शाम को अख खुलनी है। तो उन्होंने कहा है कि जो कुछ कोई मंगेगा वही मिल जाएगा। उन्होंने कागज़ लिया, घर घर गया, तो उस महापुरुष ने कहा कि ये नहीं वेखना मेरा दुश्मन है बोलता कि नहीं बोलता, सब के घर च जाना, सब को पूछना है। वो ज्यों गया सब को पूछता गया। किसी ने कहा कि धी का विआह है, जे इवें दी गल है तो मेरी ये आस है, लिख लो कि इन्ना को धन पदार्थ मिल जाए, विआह सौखा हो जाए। किसी के घर गया कि घर में पुत्र नहीं, पुत्र मिल जाए। किसी ने लिख दिता कि मेरी जमीन गहने पई है, वो छुट जाए। किसी ने कह दिता इन्नी जमीन होर बन जाए। मुक्कदी गल कि 4 कागज़ पेज उन्हें भर ले लिख लिख के कि ये सारे कुछ चाहते हैं। हुण जो साधु के कोल आया अगले दिन, तीसरे दिन शाम को आना सी, और साधु कहता भाई लिख लिया है, कहता हाँ जी सब दिन लिख लिया ने। तो साधु कहता जिथे तू अपनी लिखी वो विखा। कहता जी मैं तो हजे लिखी नहीं। चल एक कागज़ होर दिता, कहते अपनी लिख। हुण वो जिहड़ा कहता से दर्शन क्यों नहीं होंदे, उन्हें भी लिख दिता कि इन्नी जमीन गहने पई है, वो छुट जे, इन्नी को होर बन जाए। जदों लिख के हत्थ च फड़ाए, उस साधु ने 4 कागज़ धूनी बलदी सी वो अग विच सुट दिते। और वेख के बड़ा हैरान होया कि बाबा तू तो पढ़े भी कोई नहीं। कहते इन्हां दे पढ़न की लोड़ नहीं, जो कुछ लिखिया वो मैनूं पता की कुछ लोग मंगते हैं। सवाल तो तेरा से रब मिलता क्यों नहीं, तू रब नूं मंगिया कित्थे है। मंगण ते अज भी जमीन आया है, असल में वो दर्शन असीं चाहुंदे नहीं। 50 साल पहलों भी मंगा ये सन कि नौकरी मिल जाए, धी मिल जाए, पुत्र मिल जाए, आटा मिल जाए, दाल मिल जाए। और 60-70 साल हो गए मंगा अज भी केवल वही छोटिया छोटिया। पर गुरु साहब जी कृपा करते हैं, जो कुछ कोई चाहता है मिलता वही कुछ है। पर जे दर्शनों की प्यास है तो गुरु साहब जी बहुत वध प्रसन्न होंगे हैं। तो जे दर्शनों की चाहत नहीं तो फिर अगों खुशी भी तो उन्हीं को मिलती है ना। इस प्रकार मध्यान लो गुर कर दरबारा, मध्यान लो तो भाव दोपहर तक तकरीबन गुरु साहब जी दीवान दे विच बैठते हैं।
ਸਿੱਖ ਸੰਗਤਾਂ ਹੁੰਦੀਆਂ ਨੇ, ਉਹਨਾਂ ਦੇ ਨਾਲ ਬਚਨ ਵਿਲਾਸ ਹੁੰਦੇ ਨੇ, ਕਈ ਮੰਗਾਂ ਰੱਖਦੇ ਨੇ, ਕਈ ਸਵਾਲ ਪੁੱਛਦੇ ਨੇ। ਲੰਗਰ ਹੋਵੇ ਤਿਆਰ ਤਬ ਸਭ ਹੁਣ ਆਹਾਰਾ, ਉਹਨੇ ਦੇਰ ਤੱਕ ਲੰਗਰ ਸਾਰੀ ਸੰਗਤ ਵਾਸਤੇ ਤਿਆਰ ਹੋ ਜਾਂਦਾ ਹੈ। ਨਿਕਟੇ ਆਏ ਜਬ ਲਾਂਗਰੇ ਭਾਖੇ ਅਰਦਾਸਾ, ਲੰਗਰ ਤਿਆਰ ਕਰਨ ਵਾਲੇ ਲਾਂਗਰੀ ਉਹਨਾਂ ਵਿੱਚੋਂ ਇੱਕ ਆ ਕੇ ਫਿਰ ਗੁਰੂ ਸਾਹਿਬ ਦੇ ਸਾਹਮਣੇ ਅਰਦਾਸ ਕਰਦਾ ਹੈ, ਬੇਨਤੀ ਕਰਦਾ ਹੈ ਕਿ ਸਤਿਗੁਰੂ ਜੀ ਲੰਗਰ ਤਿਆਰ ਹੋ ਗਿਆ ਹੈ। ਸੁਣ ਸਿਰੇ ਸਤਿਗੁਰ ਤਬ ਉਠੈ ਸੰਗ ਸੰਗਤ ਦਾਸਾ, ਕਹਿੰਦੇ ਫਿਰ ਇਹ ਸੁਣ ਕੇ ਧੰਨ ਗੁਰੂ ਅਮਰਦਾਸ ਜੀ ਫਿਰ ਦਰਬਾਰ ਦੇ ਵਿੱਚੋਂ ਉੱਠਦੇ ਨੇ, ਨਾਲ ਸਾਰੀ ਸੰਗਤ ਨੂੰ ਕਹਿੰਦੇ ਨੇ ਆਓ ਭਾਈ ਲੰਗਰ ਛਕੀਏ। ਜਿੰਨੇ ਸੇਵਕ ਨੇ, ਸਿੱਖ ਨੇ, ਸੰਗਤ ਸਾਰੀ ਗੁਰੂ ਸਾਹਿਬ ਦੇ ਨਾਲ ਲੰਗਰ ਵਿੱਚ ਜਾਂਦੀ, ਲੰਗਰ ਛਕਦੇ ਨੇ। ਚਰਨ ਪਖਾਰੈ ਬਾਰਸੋਂ ਸੇਵਕ ਹਰਖਾਵੈ, ਲੰਗਰ ਛਕਣ ਤੋਂ ਪਹਿਲਾਂ ਕੁਝ ਸੇਵਕ ਨੇ ਜਿਹੜੇ ਬਾਹਰ ਖੜੇ ਨੇ, ਉਹ ਹੱਥ ਪੈਰ ਧੋਂਦੇ ਨੇ। ਫਿਰ ਲੰਗਰ ਦੇ ਅੰਦਰ ਸਤਿਗੁਰੂ ਜੀ ਜਾਂਦੇ ਨੇ। ਸਿੱਖ ਸੰਗਤ ਸਭ ਸੰਗ ਲੈ ਚੌਂਕੇ ਮਹਿ ਆਵੈ, ਗੁਰੂ ਸਾਹਿਬ ਜੀ ਸਾਰੇ ਸਿੱਖ ਸੰਗਤ ਨੂੰ ਨਾਲ ਲੈ ਕੇ ਚੌਂਕੇ 'ਚ ਲੰਗਰ 'ਚ ਜਾਂਦੇ ਨੇ। ਆਸ਼ਰਮ ਵਰਣ ਵਿਚਾਰ ਨਹਿ ਇੱਕ ਪੰਗਤ ਬੈਸੇ, ਤੇ ਵਰਣ ਵੰਡ ਦੇ ਮੁਤਾਬਕ ਕਿਸੇ ਤਰ੍ਹਾਂ ਦੇ ਵਿਚਾਰ ਕੋਈ ਵੀ ਨਹੀਂ ਕਰਦਾ। ਇੱਕੋ ਹੀ ਪੰਗਤ 'ਚ ਬੈਠਦੇ ਨੇ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਖੱਤਰੀ ਹੈ, ਚਾਹੇ ਲੋਕ ਉਹਨਾਂ ਨੂੰ ਸ਼ੂਦਰ ਕਹਿੰਦੇ ਨੇ, ਚਾਹੇ ਵੈਸ ਕਹਿੰਦੇ ਨੇ। ਉੱਥੇ ਚਾਹੇ ਕੋਈ ਅਮੀਰ ਹੈ, ਗਰੀਬ ਹੈ, ਕੋਈ ਰਾਜਾ ਹੈ, ਭਿਖਾਰੀ ਹੈ, ਸਾਰੇ ਬਿਨਾਂ ਭੇਦਭਾਵ ਤੋਂ ਇੱਕੋ ਹੀ ਪੰਗਤ ਵਿੱਚ ਬੈਠ ਕੇ ਛਕਦੇ ਨੇ। ਸੁੰਦਰ ਬਿਸਤ ਮਰਾਨ ਸਭ ਇੱਕ ਸਮ ਹੈ ਜੈਸੇ, ਕਿਉਂਕਿ ਪੰਗਤ ਵਿੱਚ ਬੈਠੀ ਹੋਈ ਸੰਗਤ ਲੱਗਦੀ ਇਸ ਤਰ੍ਹਾਂ ਕਿ ਜਿਵੇਂ ਬੜੇ ਨਿਰਮਲ ਹੰਸ ਹੁੰਦੇ ਨੇ, ਸਾਰੇ ਹੰਸਾਂ ਦੀ ਤਰ੍ਹਾਂ ਹੀ ਲੱਗ ਰਹੇ ਨੇ। ਸਿੱਖਣ ਮਹਿ ਸਤਿਗੁਰੂ ਸ਼ੁਭਤ ਬੈਠੇ ਤਿਸ ਕਾਲਾ, ਜਦੋਂ ਸੰਗਤਾਂ ਪੰਗਤਾਂ ਦੇ ਵਿੱਚ ਬੈਠ ਜਾਂਦੀਆਂ ਨੇ, ਉਹਨਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਹੋਏ ਉਸ ਵੇਲੇ ਸ਼ੋਭਦੇ ਨੇ। ਤੇ ਕਿਵੇਂ ਸ਼ੋਭਦੇ ਨੇ, ਇੱਥੇ ਕਵੀ ਸੰਤੋਖ ਸਿੰਘ ਨੇ ਇੱਕ ਉਦਾਹਰਣ ਦਿੱਤੀ। ਮਨੋ ਮਨਨ ਮਹਿ ਬਨ ਬਿਕੈ ਰਘੁਬੀਰ ਕਿਰਪਾਲਾ, ਗੁਰੂ ਸਾਹਿਬ ਜੀ ਇਵੇਂ ਸ਼ੋਭਦੇ ਨੇ ਜਿਵੇਂ ਰਾਮਚੰਦਰ ਜੀ ਕਦੇ ਜੰਗਲਾਂ ਨੂੰ ਗਏ ਸਨ, ਬਨਵਾਸ 'ਚ ਗਏ ਸਨ, ਅਤੇ ਜੰਗਲਾਂ ਦੇ ਵਿੱਚ ਬਹੁਤ ਸਾਰੇ ਤਪਸਵੀ ਮਿਲਦੇ ਨੇ, ਮੁਨੀਵਰ ਮਿਲਦੇ ਨੇ, ਉਹਨਾਂ ਦੇ ਵਿੱਚ ਬੈਠ ਕੇ ਕਦੇ ਰਾਮਚੰਦਰ ਜੀ ਸ਼ੋਭਦੇ ਸਨ। ਕਹਿੰਦੇ ਅੱਜ ਉਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਜੀ ਸਿੱਖਾਂ ਦੇ ਵਿੱਚ ਬੈਠੇ ਹੋਏ ਸ਼ੋਭਦੇ ਨੇ। ਲਵਣ ਬਿਨਾ ਹੋਏ ਉਗਰਾ ਸਤਿਗੁਰੂ ਸੋਖਾਵੈ, ਬਾਕੀ ਸੰਗਤਾਂ ਵਾਸਤੇ ਲੰਗਰ ਬੜਾ ਕੁਝ ਤਿਆਰ ਹੁੰਦਾ ਹੈ। ਦੇਸੀ ਘਿਓ ਦੀ ਖੀਰ ਬਣਦੀ ਹੈ, ਕੜਾਹ ਪ੍ਰਸ਼ਾਦ ਬਣਦਾ ਹੈ, ਨਮਕੀਨ ਚੌਲ ਬਣਦੇ ਨੇ, ਪਰ ਧੰਨ ਗੁਰੂ ਅਮਰਦਾਸ ਜੀ ਜੋ ਕੁਝ ਛਕਦੇ ਨੇ ਉਹਨਾਂ ਵਾਸਤੇ ਕਹਿੰਦਾ ਲਵਣ ਬਿਨਾ ਹੋਏ ਉਗਰਾ। ਉਗਰਾ ਉਹਨੂੰ ਦਲੀਆ ਕਹਿ ਲਈਏ, ਔਰ ਦਲੀਆ ਕੇਵਲ ਕਣਕ ਦਾ ਨਹੀਂ, ਇਹ ਕਈ ਮੋਟੇ ਅਨਾਜ ਜਿਹੜੇ ਨੇ ਉਹਨਾਂ ਨੂੰ ਬਰੀਕ ਕਰਕੇ ਮਿਕਸ ਬਣਿਆ ਹੋਇਆ ਦਲੀਆ ਗੁਰੂ ਸਾਹਿਬ ਜੀ ਵਾਸਤੇ ਬਣਦਾ, ਔਰ ਬਿਨਾਂ ਲੂਣ ਤੋਂ, ਬਿਨਾਂ ਮਿੱਠੇ ਤੋਂ, ਕੇਵਲ ਪਾਣੀ ਵਿੱਚ ਉਬਾਲ ਕੇ ਤਿਆਰ ਕੀਤਾ ਜਾਂਦਾ, ਜਿਹੜਾ ਗੁਰੂ ਸਾਹਿਬ ਜੀ ਛਕਦੇ ਨੇ। ਅਲ ਪਹੁੰਚੇ ਰਹੇ ਸੁਦਾ ਜੁਤ ਨਹ ਉਦਰ ਭਰਾਵੈ, ਤੇ ਉਹ ਵੀ ਗੁਰੂ ਸਾਹਿਬ ਜੀ ਇਹ ਨਹੀਂ ਕਿ ਪੂਰਾ ਢਿੱਡ ਭਰ ਕੇ ਖਾਣਾ ਹੈ, ਦਲੀਆ ਖਾਂਦੇ ਨੇ, ਔਰ ਖਾਂਦੇ ਬੜਾ ਥੋੜ੍ਹਾ ਨੇ, ਭੁੱਖ ਰੱਖ ਕੇ ਖਾਂਦੇ ਨੇ, ਜਿੰਨੀ ਭੁੱਖ ਉਸ ਤੋਂ ਘੱਟ ਖਾਂਦੇ ਨੇ। ਅਪਰ ਸਰਬਹਿ ਸੰਗਤਾਂ ਬਹੁਤ ਸਵਾਦ ਆਹਾਰਾ, ਬਾਕੀ ਸੰਗਤਾਂ ਵਾਸਤੇ ਲੰਗਰ ਬੜੇ ਸਵਾਦੀ ਬਣਦੇ ਨੇ, ਕਈ ਤਰ੍ਹਾਂ ਦੇ ਬਣਦੇ ਨੇ, ਉਹ ਸਵਾਦ ਨਾਲ ਛਕਦੀਆਂ ਨੇ। ਔਰ ਧੰਨ ਗੁਰੂ ਅਮਰਦਾਸ ਜੀ ਦਲੀਆ ਛਕਦੇ ਨੇ। ਔਰ ਇੱਕ ਬੇਨਤੀ ਹੋਰ ਕਰਦਾ, ਇੱਕੋ ਹੀ ਟਾਈਮ ਛਕਦੇ ਨੇ, ਦੁਪਹਿਰ ਦੇ ਟਾਈਮ ਹੀ ਛਕਦੇ ਨੇ, ਰਾਤ ਨੂੰ ਨਹੀਂ ਛਕਦੇ, ਸਵੇਰੇ ਨਹੀਂ ਛਕਦੇ। ਭਾਂਤ ਭਾਂਤ ਕੇ ਅਚਤ ਹੈ ਸੁਖ ਲਹਿਤ ਉਧਾਰਾ, ਪਰ ਸੰਗਤਾਂ ਜਿਹੜੀਆਂ ਭਾਂਤ ਭਾਂਤ ਦੇ ਬਣੇ ਹੋਏ ਪਦਾਰਥ ਨੇ ਲੰਗਰ ਦੇ ਵਿੱਚ ਉਹ ਛਕਦੀਆਂ ਨੇ, ਤ੍ਰਿਪਤ ਹੋ ਕੇ ਰੱਜ ਕੇ ਉੱਠਦੀਆਂ ਨੇ। ਇੱਕ ਪੰਗਤ ਅਚਕਰ ਉੱਠੈ ਭੇਦਨ ਜਹ ਦੂਵਾ, ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਛਕਦੇ ਨੇ, ਉੱਠਦੇ ਨੇ, ਔਰ ਭੇਦ ਕਿਸੇ ਤਰ੍ਹਾਂ ਦੇ ਨਹੀਂ ਕਰਦੇ।
कि ये अमीर है या गरीब है, ये उच्चा है या नीवा है। आपे अपने थान में है पुण पहुँचन हुआ। लंगर छक के संगतां जिहड़ियां ने आपो अपने थावां ते पहुँचदियां ने। तिनके चौथे भाग में है पुण बैठे स्वामी। हुण दिन का चौथा भाग, जिन्हों चौथा पहर कहते हैं, शाम का समा। सतगुरु जगत स्वामी धन गुरु अमरदास जी फिर सभा दे विच संगत विच आके दीवान विच बैठते हैं। एक पंडित के प्रेत लख गुरे अंतरजामी। उस संगत दे विच एक बड़ा विद्वान पंडित हुंदा है, जिहड़े कई ग्रंथां की कथा करनी जानता है, बड़ा कुछ पढ़िया लिखिया विद्वान है। तो उनके अंदर दे भावना सी कि संगत विच बैठ के मैं कथा करा तो गुरु साहब जी सुन। हले उन्हें कुछ कहा नहीं, पर सतगुरु धन गुरु अंतरजामी जान गए। जिसके मन में कामना मैं कथा सुनाऊं। सतगुरु कहते हैं पंडित जी मन दे विच कामना कथा सुनाउणी चाहुंदे हो, करो भला मैं अपनो सतगुरु रिझावूं। अंदर भावना सिर्फ इन्नी सी कि मैं गुरु साहब नूं खुश करा, इहदे नाल मेरा भला होवेगा। कथा सुनावांगा, गुरु साहब जी खुश होणगे, मेरा भला होवेगा। तिसके उर के जान कै गुर कथा कराई। धन गुरु अमरदास महाराज जी ने उस पंडित के अंदर दी जान गए। कहते पंडित जी फिर करो कथा, किहड़ी कथा सुनाओगे सुनाओ। द्विज केसो गोपाल कहे विद्या निपुनाई। कहते उस दिग उस ब्राह्मण का पंडित का नाम से केसो गोपाल। विद्या दे विच बड़ा निपुण सी। आवे चौथे जाम देन इतिहास प्रकाश है। कथा किते फिर रोज़ का नेम ही बना लिया। रोज़ चौथे पैर शाम को आउंदा है, आके गुरु इतिहास की कथा सुनाता है। सुने सतगुरु बैठ कर संगत एक पास है। वो धन गुरु नानक साहब जी के इतिहास की कथा सुनाता है, विच वो ऋषि मुनिया की कथा सुनाता है। और सिख संगत धन गुरु अमरदास जी आप बैठ के बड़े प्यार के नाल उस कथा को सुनते हैं। ये सतगुरु जी का नित का रोज़ का व्यवहार है। अगे सतगुरु जी जिवें जिवें कृपा करनगे वो कल विचारांगे समय के मुताबिक। इतनी बेनती प्रवान करनी जो हुई भुलां दी खिमा। आओ एक दो मिनट होर रचना के नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु वाहेगुरु वाहेगुरु।